हाँ जी, चंडीगढ़। चंडीगढ़ का सबब बनता, चंडीगढ़ कित्थे रहना होया, किद्दां होया, की सी पूरा माहौल? उन्हों चंडीगढ़ सिर्फ 35 सैक्टर तक बनया सी, उधर 36 सैक्टर भी नहीं बनया, उजाड़ सी। 35 सैक्टर के नाल अटावा असीं अटावी साड़ियां मੱਝਾਂ रखियां होंदियां सी, मੱਝਾਂ ਦਾ ਦੁੱਧ ਪੀਂਦੇ ਸੀ ਅਸੀਂ। 6-7 ਮੱਝਾਂ ਸੀ। ਮੇਰਾ ਛੋਟਾ ਭਰਾ ਹੈਗਾ ਗੁਰਬਖਸ਼ੀਸ਼ ਸਿੰਘ ਭੁੱਲਰ, ਉਹ ਮੱਝਾਂ ਸਾਂਭਦਾ ਸੀ। ਤੇ ਅਸੀਂ ਉਹ ਫਿਰ ਸਰਕਾਰ ਨੇ ਸਾਨੂੰ ਉੱਥੇ ਤਲਾਸ਼ ਦਿੱਤਾ ਮਕਾਨ, ਤੇ ਉੱਥੋਂ ਅਸੀਂ ਕਰ ਲਿਆ। ਹਾਂਜੀ ਹਾਂਜੀ, ਉਹ ਫਿਰ ਗਵਰਨਮੈਂਟ ਨੇ ਲੈ ਲਿਆ। ਹੁਣ ਤਾਂ ਉੱਥੇ ਅੱਜ ਕੱਲ੍ਹ ਗੁਰਸ਼ਰਨ ਸਿੰਘ ਜਿਹੜੇ ਨਾਟਕਕਾਰ ਸੀਗੇ, ਸਾਡੀ ਉਸ ਜਗ੍ਹਾ ਤੇ ਉਹਨਾਂ ਦਾ ਫਲੈਟ ਬਣਿਆ ਹੋਇਆ ਹੈ, ਉਹਨਾਂ ਦਾ ਮਕਾਨ ਬਣਿਆ ਹੋਇਆ ਹੈ, ਬਿਲਕੁਲ ਉਹੀ ਜਗ੍ਹਾ ਹੈ। ਤੇ ਉੱਥੇ ਸਾਡੇ ਘਰ ਦੇ ਕੋਲ ਇੱਕ ਖੂਹ ਹੁੰਦਾ ਸੀ, ਉਹ ਖੂਹ ਅੱਜ ਵੀ ਹੈਗਾ। ਤੇ ਉਹ ਮਤਲਬ ਉਹ ਜਗ੍ਹਾ ਤੇ ਤੁਸੀਂ ਇੱਥੇ ਅਟਾਵੇ ਦੀ ਗੱਲ ਕਰ ਰਹੇ ਹੋ? ਅਟਾਵੇ ਦੀ, ਹਾਂਜੀ ਅਟਾਵੇ ਦੀ। ਤੇ ਫਿਰ ਉਦੋਂ ਨੌਕਰੀਆਂ ਮਿਲ ਜਾਂਦੀਆਂ ਸੀ। ਤੇ ਮੈਂ ਪਹਿਲੇ ਮੈਂ ਥੋੜਾ ਪਿੱਛੇ ਜਾਣਾ ਚਾਹਾਂਗਾ। ਹਾਂਜੀ। ਤੇ ਤੁਸੀਂ 10ਵੀਂ ਤੱਕ ਉੱਥੇ ਹੀ ਰਹੇ ਹੋ? ਹਾਂਜੀ। ਪਿੰਡ ਦੇ ਵਿੱਚ? ਹਾਂਜੀ। ਉੱਥੇ ਦਾ ਕੀ ਐਕਟੀਵਿਟੀ ਦੇਖੀ? ਪਿੰਡ ਦੀ ਕੋਈ ਮੂਵਮੈਂਟ ਚੱਲੀ ਹੋਵੇ, ਹੈ ਨਾ, ਸਰਕਾਰੀ ਮੂਵਮੈਂਟ ਕੋਈ ਉਸ ਟਾਈਮ ਕੀ ਹੋਇਆ, ਹੈ ਨਾ, ਜਾਂ ਕੋਈ ਪਿੰਡ ਦੇ ਖੂਹਾਂ ਦੀ ਗੱਲ, ਪਿੰਡ ਦੀਆਂ ਸੱਥਾਂ ਦੀ ਗੱਲ, ਕਿੱਦਾਂ ਲੋਕ ਕੰਮ ਕਰਦੇ ਸੀ, ਕਿੱਦਾਂ ਖੇਤੀ ਦਾ ਧੰਦਾ ਸੀ? ਹੁਣ ਤਾਂ ਬਹੁਤ ਸੌਖਾ ਹੋ ਗਿਆ ਤੁਹਾਡੇ ਸਾਹਮਣੇ, ਕਿੱਦਾਂ ਸੀ ਉਹ? ਹਾਂ, ਇੱਕ ਮੈਂ 68 ਦੀ ਗੱਲ ਦੱਸਣਾ ਚਾਹੁੰਦਾ। ਨਕਸਲੀ ਮੂਵਮੈਂਟ ਜਦੋਂ ਸ਼ੁਰੂ ਹੋ ਗਈ ਸੀ, ਨਕਸਲੀ ਮੂਵਮੈਂਟ, ਖੈਰ ਮੈਂ ਨਾਂ ਵੀ ਲੈਣ 'ਚ ਮੈਨੂੰ ਕੋਈ ਹਰਜ ਨਹੀਂ ਹੈ। ਤੇ ਸਾਡੇ ਜਿਸ ਘਰ 'ਚ ਅਸੀਂ ਰਹਿੰਦੇ ਸੀ, ਉਹਦੇ ਨਾਲ ਦੇ ਕਮਰੇ 'ਚ ਹੀ ਤੇ ਮੀਟਿੰਗਾਂ ਹੁੰਦੀਆਂ ਸੀ ਉਹਨਾਂ ਦੀਆਂ। ਨਕਸਲੀ ਹੁਣ ਬੰਦੇ ਤਾਂ ਮੈਨੂੰ ਯਾਦ ਨਹੀਂ ਹੈ, ਤੇ ਉਹ ਮੀਟਿੰਗਾਂ ਹੁੰਦੀਆਂ ਸੀ। ਕਦੇ ਕਦੇ ਮੈਂ ਵੀ ਬੈਠ ਜਾਂਦਾ ਸੀ। ਤੁਹਾਡੀ ਜ਼ਿੰਦਗੀ ਤੇ ਪ੍ਰਭਾਵ ਪਿਆ ਜਿਹੜੀ ਮੂਵਮੈਂਟ ਸੀ, ਉਹ ਨਕਸਲਾਈਟ ਮੂਵਮੈਂਟ ਦਾ? ਪਿਆ ਤੁਹਾਡੀ ਜ਼ਿੰਦਗੀ ਤੇ ਰਿਹਾ ਪ੍ਰਭਾਵ ਉਹਦਾ? ਹਾਂਜੀ। ਤੇ ਉਹ ਮੈਂ ਦੇਖਿਆ ਜਿਹੜੇ ਟੀਚਰ ਉਸ ਮੂਵਮੈਂਟ 'ਚ ਸ਼ਾਮਲ ਹੋ ਗਏ, ਤੇ ਮੈਨੂੰ ਕੀ ਹੈ ਵੀ ਮੂਵਮੈਂਟ ਚੰਗੀ ਹੈ, ਆਪਾਂ ਵੀ ਸ਼ਾਮਲ ਹੋ ਜਾਓ। ਤੇ ਮੈਂ ਫਿਰ ਕੁਦਰਤੀ 10ਵੀਂ ਪਾਸ ਕਰਕੇ ਪਟਿਆਲੇ ਚਲਾ ਗਿਆ। ਉਹ ਮੂਵਮੈਂਟ ਤੋਂ ਦੂਰ ਰਿਹਾ। ਹਾਂ, ਦੂਰ ਹੋ ਗਿਆ ਸੀ ਮੈਂ। ਤੇ ਜਿਹੜੇ ਮੇਰੇ ਇੱਕ ਟੀਚਰ, ਜਿਸ ਤਰ੍ਹਾਂ ਮੈਂ ਨਾਂ ਲਈ ਦਿੰਦਾ ਜੀ, ਬਲਜੀਤ ਬੱਲੀ, ਇਹ ਮੇਰੇ ਨਾਲ ਹਾਕੀ ਖੇਡਦੇ ਹੁੰਦੇ ਸੀ। ਤੇ ਬਲਜੀਤ ਬੱਲੀ ਦੇ ਵੱਡੇ ਭਰਾ ਜੱਸ ਜੀ, ਇਹ ਮਤਲਬ ਟੀਚਰ ਹੁੰਦੇ ਸੀ। ਇਹ ਵੀ ਉਸ ਲਹਿਰ 'ਚ ਕਿਹੜੇ ਟੀਚਰਸ ਜਿਹੜੇ ਪੜ੍ਹਾਉਂਦੇ ਸੀ ਉਸ ਟਾਈਮ, ਕੋਈ ਯਾਦ ਨੇ? ਜਾਂ ਆਪਣੇ ਉਸ ਟਾਈਮ ਦੇ ਮੈਟ੍ਰਿਕ ਤੱਕ ਦੇ ਜਿਹੜੇ ਯਾਰ ਦੋਸਤ ਨਾਲ ਪਿੰਡ ਦੇ ਜਾਂ ਪਿੰਡਾਂ ਦੇ ਹੋਰ ਕੋਈ ਯਾਰ ਮਿੱਤਰ ਹੈਗੇ ਨੇ? ਹੁਣ ਭੁੱਲ ਗਿਆ ਜੀ, ਹੁਣ ਤਾਂ ਮਤਲਬ ਕਾਫੀ ਸਾਲ ਹੋ ਗਏ, ਹੁਣ ਨਹੀਂ ਯਾਦ ਮੇਰੇ। ਤੇ ਇੱਕ ਜਿਹੜੇ ਬਲਜੀਤ ਬੱਲੀ ਦੇ ਪਿੰਡ ਦਾ ਕੋਈ ਯਾਰ ਹੋਵੇ ਨਾਲ ਦਾ ਹੁਣ ਤੱਕ ਯਾਦ ਹੋਵੇ? ਨਹੀਂ ਜੀ, ਹੁਣ ਤਾਂ ਉਹ ਤਾਂ ਬੁੱਢੇ ਹੋ ਗਏ ਜੀ। ਉਹ ਜਦ ਮੈਂ ਮਿਲਦਾ, ਉਹ ਯਾਰ ਕੌਣ ਹੈ, ਮੈਂ ਕਿਹਾ ਯਾਰ ਮੈਂ ਪਿੱਥੋਂ ਆ ਭੁੱਲ, ਪਿੱਥੋਂ ਆ ਭੁੱਲ ਹੈ। ਉਹ ਮੈਨੂੰ ਪਛਾਣਦੇ ਨਹੀਂ। ਉਹ ਕਹਿੰਦੇ ਯਾਰ ਤੂੰ ਉਹਦਾ ਭਰਾ ਲੱਗਦਾ, ਉਹ ਨਹੀਂ ਹੋ ਸਕਦਾ, ਕਿਉਂਕਿ ਮੈਂ ਦੌੜ ਅਜੇ ਤੱਕ ਨਹੀਂ ਛੱਡੀ। ਮੈਂ ਦੌੜ 'ਚ ਅੱਜ ਵੀ ਪਾਰਕ 'ਚ ਮੈਂ ਜਿੱਥੇ ਉੱਥੇ ਗਰਾਊਂਡ 'ਚ ਪ੍ਰੈਕਟਿਸ ਕਰਦਾ ਹੈ, ਤੇ ਕਈ ਜਿਹੜੇ ਮਤਲਬ ਸਿਰਫ ਸੈਰ ਹੀ ਕਰਦੇ ਸੀ, ਉਹਨਾਂ ਨੂੰ ਮੈਂ ਦੌੜਨ ਲਾਤਾ, ਕੰਪੀਟੀਸ਼ਨ ਵੀ ਕਰਵਾਏ ਤੇ ਮੈਡਲ ਵੀ ਲੈ ਰਹੇ ਉਹਨਾਂ ਨੇ। ਹਾਂ, ਤੇ ਮੈਨੂੰ ਦੌੜਨ ਦੀ ਅਜੇ ਵੀ ਇੰਨੀ ਪ੍ਰੈਕਟਿਸ ਹੈ। ਆਪਾਂ ਅੱਗੇ ਵਧਦੇ ਹਾਂ, ਆਪਾਂ ਭੋਲਾ ਜੀ ਇੱਥੇ ਪਹੁੰਚ ਜਾਂਦੇ ਹਾਂ। ਹਾਂਜੀ। ਅਟਾਵੇ ਦੇ ਵਿੱਚ, ਅਟਾਵੇ ਤੋਂ ਬਾਅਦ ਧਨਾਸ ਵੱਲ ਸਾਡਾ ਮੂੰਹ ਹੁੰਦਾ ਹੈ। ਹਾਂਜੀ। ਇੱਥੋਂ ਤੁਸੀਂ ਫਿਰ ਨੌਕਰੀ ਵੱਲ ਵਧਦੇ ਹੋ। ਨੌਕਰੀ ਕਿਵੇਂ ਮਿਲੀ, ਕਿਸ ਡਿਪਾਰਟਮੈਂਟ 'ਚ ਮਿਲੀ, ਥੋੜਾ ਜਿਹਾ? ਨੌਕਰੀ ਮੈਂ ਥੀਮ ਡੈਮ 'ਚ ਜਦੋਂ ਪਹਿਲੀ ਵਾਰੀ ਇੰਟਰਵਿਊ ਦਿੱਤੀ, ਪਹਿਲੀ ਵਾਰੀ ਸਿਲੈਕਟ ਹੋ ਗਿਆ, ਅੱਛੇ ਨੰਬਰ ਸੀ ਮੇਰੇ। ਤੇ ਉਦੋਂ ਨੌਕਰੀਆਂ ਮਿਲ ਜਾਂਦੀਆਂ ਸੀ, 10ਵੀਂ ਪਾਸ ਵਾਲਿਆਂ ਨੂੰ ਵੀ ਨੌਕਰੀਆਂ ਮਿਲਦੀਆਂ ਸੀ। ਤੇ ਉਹਨਾਂ ਨੇ ਕੋਈ ਥੀਮ ਡੈਮ ਦਾ ਝਗੜਾ ਸੀ, ਉਹ ਕਹਿੰਦੇ ਵੀ ਤੁਹਾਨੂੰ ਨਹੀਂ ਰੱਖ ਸਕਦੇ ਅਸੀਂ, ਤੁਸੀਂ ਕੋਈ ਹੋਰ ਮਹਿਕਮਾ ਦੇਖ ਲਓ। ਅਸੀਂ ਹੋਰ ਮਹਿਕਮੇ 'ਚ ਇੰਟਰਵਿਊ ਦਿੱਤੀ, ਤੇ ਹਾਈਡਲ ਬਿਲਡਿੰਗ 'ਚ ਮੈਂ ਗਿਆ। ਫਿਰ ਪੰਜਾਬ ਮੰਡੀ ਬੋਰਡ 'ਚ ਮੈਂ ਆ ਗਿਆ। ਤੇ ਪੰਜਾਬ ਮੰਡੀ ਬੋਰਡ 'ਚ ਅਸੀਂ ਇੰਜੀਨੀਅਰ ਵਿੰਗ 'ਚ ਅਸੀਂ 2 ਬੰਦੇ ਸੀ, ਇੱਕ ਬਚਨ ਸਿੰਘ ਸੀ, ਇੱਕ ਮੈਂ ਸੀ, 2 ਡਰਾਫਟਮੈਨ ਸੀ, ਇੱਕ ਮੇਰ ਸਿੰਘ ਟ੍ਰੇਸਰ ਸੀ, ਤੇ SS ਢਾਲੀਵਾਲ ਸਾਡੇ SDO ਸੀ, ਤੇ ਸਾਡੇ ਮਾਨ ਸਾਹਿਬ ਸਾਡੇ ਐਕਸ਼ਨ ਸੀ। ਬਸ ਇੰਨਾ ਕਿ ਇੰਜੀਨੀਅਰ ਸਟਾਫ ਸੀ ਸਾਡਾ, ਤੇ 22 ਸੈਕਟਰ ਦਫ਼ਤਰ ਸੀ। ਉਹਦੇ ਕਿਹੜੇ ਸਾਲ ਦੀ ਗੱਲ ਹੈ ਇਹ? 74 ਦੀ ਗੱਲ ਹੈ। 74 'ਚ ਤੁਸੀਂ ਮਤਲਬ ਪੰਜਾਬ ਮੰਡੀ ਬੋਰਡ ਜੁਆਇਨ ਹਾਂ, ਪੰਜਾਬ ਮੰਡੀ ਬੋਰਡ ਸੀ। ਤੇ ਉਦੋਂ ਸਾਡੇ ਕੋਲ ਸਾਈਕਲ ਹੀ ਹੁੰਦੇ ਸੀ, ਸਾਈਕਲ ਤੇ ਚੜ੍ਹ ਕੇ ਅਸੀਂ ਬੜੀ ਖੁਸ਼ੀ ਹੁੰਦੀ। ਇੱਥੇ ਤਾਂ ਸਟਰਗਲ ਕਿਵੇਂ ਰਿਹਾ? ਇੱਥੇ ਦਾ ਸਟਰਗਲ ਕਿਵੇਂ ਰਿਹਾ ਜਿਹੜਾ ਤੁਸੀਂ ਪਟਿਆਲੇ ਤੋਂ ਇੱਥੇ ਪਹੁੰਚਦੇ ਹੋ? ਜਾਂ ਪਟਿਆਲੇ ਸਟਰਗਲ ਕਿੱਦਾਂ ਰਿਹਾ? ਪਟਿਆਲੇ ਦਾ ਸਟਰਗਲ ਵੀ ਬਹੁਤ ਸਟਰੋਂਗ ਸੀ, ਉੱਥੇ ਵੀ ਤੁਹਾਨੂੰ ਸਟਰਗਲ ਕਰਨਾ ਪਿਆ? ਨਹੀਂ, ਕੋਈ ਸਟਰਗਲ ਨਹੀਂ। ਸਾਈਕਲ ਹੁੰਦਾ ਸੀ, ਮੈਂ ਤੇ ਬਾਹਰ ਕਮਰਾ ਕਿਰਾਏ ਤੇ ਲਿਆ ਹੋਇਆ ਸੀ। ਕਦੇ ਪਾਪਾ ਜੀ ਆ ਜਾਂਦੇ ਸੀ, ਮੈਂ ਇਕੱਲਾ ਹੀ ਰਹਿੰਦਾ ਸੀ, ਤੇ ਰੋਟੀ ਪਕਾਉਣ ਮੈਂ ਜਾਣਦਾ ਸੀ, ਤੇ ਸਾਈਕਲ ਤੋਂ ITI ਉੱਥੇ ਜਾਣਾ, ਤੇ ਕਦੇ ਉੱਥੋਂ ਮੈਂ ਸਾਈਕਲ ਤੇ ਚੰਡੀਗੜ੍ਹ ਵੀ ਆ ਜਾਂਦਾ ਸੀ।
ਸਾਈਕਲ ਚੰਡੀਗੜ੍ਹ ਸਾਈਕਲ ਤੇ ਚੰਡੀਗੜ੍ਹ ਪਟਿਆਲੇ ਤੋਂ 68 ਕਿਲੋਮੀਟਰ ਹੈ ਜੀ। ਅੱਛਾ, ਰਾਤ ਰਹਿ ਕੇ ਫਿਰ ਸਾਈਕਲ ਤੇ ਫਿਰ ਜਾਂਦਾ ਸੀ ਮੈਂ। ਕਮਾਲ ਦੀ ਗੱਲ। ਹਾਂ ਬਿਲਕੁਲ ਕਮਾਲ ਦੀ ਗੱਲ ਹੈ ਜੀ। ਹਾਂ ਬਿਲਕੁਲ। ਹਾਂ ਵੱਡੀ। ਮੈਨੂੰ ਦੌੜਨ ਦੀ ਇੰਨੀ ਪ੍ਰੈਕਟਿਸ ਹੈ ਜੀ, ਇਹਦੀ ਟੈਕਨੀਕ ਹੈ। ਮੈਂ ਮਲੇਸ਼ੀਆ 'ਚ 2009 ਚ ਖੇਲ ਕੇ ਆਇਆ 400 ਮੀਟਰ ਦੌੜ ਚੋਂ ਮੈਂ ਸੈਕੰਡ ਪੋਜੀਸ਼ਨ ਸੀ ਮੇਰੀ। ਇਹ ਮੇਰਾ ਸਵਾਲ ਅਹਿਮ ਸਵਾਲ ਸੀ ਕਿ ਤੁਸੀਂ ਵਿਦੇਸ਼ ਵੀ ਗਏ ਹੋ ਖੇਡਣ ਵਾਸਤੇ? ਹਾਂਜੀ ਜਾਂ ਭੰਗੜਾ ਪਾਉਣ ਵਾਸਤੇ? ਕਿਹੜੀ ਐਕਟੀਵਿਟੀਜ਼ ਵਾਸਤੇ ਵਿਦੇਸ਼ ਤੋਂ ਬੁਲਾਇਆ ਗਿਆ? ਮੈਂ ਥੋੜਾ ਜਿਹਾ ਹੋਰ ਪਿੱਛੇ ਲੈ ਕੇ ਜਾਣਾ ਹੈ। ਜਦੋਂ ਮੈਂ ਨੌਕਰੀ ਲੱਗ ਗਿਆ ਤੇ ਮੈਂ ਸੋਚਿਆ ਨਾਲ ਪੜ੍ਹਾਈ ਵੀ ਕਰਾਂ ਤੇ ਮੈਂ ਈਵਨਿੰਗ ਕਾਲਜ ਜੁਆਇਨ ਕਰ ਲਿਆ। ਦੀਪਕ ਮਨਮੋਹਨ ਜੀ ਮੇਰੇ ਪੰਜਾਬੀ ਦੇ ਪ੍ਰੋਫੈਸਰ ਸੀਗੇ ਉਦੋਂ, ਤੇ ਮੈਂ ਕਾਲਜ ਜੁਆਇਨ ਕਰ ਲਿਆ। ਅਸੀਂ ਉੱਥੇ ਵੀ ਕਬੱਡੀ ਖੇਡ ਰਹੇ ਗਰਾਊਂਡ 'ਚ। ਇੱਕ ਮਹਿੰਦਰ ਸਿੰਘ ਚੌਹਾਨ ਤਾਂ ਸਾਡੇ ਕੋਲ ਆ ਗਿਆ ਤੇ ਉਹ ਅਸੀਂ ਸੋਚਿਆ ਕਬੱਡੀ ਖੇਡਣਾ ਹੈ ਤੇ ਉਹ ਪਰ ਦੇਖਦਾ ਰਿਹਾ। ਕਬੱਡੀ ਖੇਡਣ ਤੋਂ ਬਾਅਦ ਕਹਿੰਦਾ ਯਾਰ ਤੁਸੀਂ ਮੇਰੇ, ਸਾਨੂੰ 2 ਜਣੇ ਨੂੰ ਕਹਿੰਦਾ ਤੁਸੀਂ ਮੇਰੇ ਨਾਲ ਆ ਜਾਓ। ਅਸੀਂ ਕਿਹਾ ਜੀ ਕੀ ਕੰਮ ਹੈ? ਕਹਿੰਦਾ ਭੰਗੜਾ ਪਾਉਣਾ ਹੈ। ਅਸੀਂ ਕਿਹਾ ਯਾਰ ਇਹ ਕੰਮ ਅਸੀਂ ਨਹੀਂ ਕਰਨਾ। ਤੇ ਉਹ ਕਹਿੰਦਾ ਯਾਰ ਤੁਹਾਨੂੰ ਮੈਂ ਲੈ ਕੇ ਜਾਣਾ। ਤੇ ਉਹ ਸਾਨੂੰ ਲੈ ਗਿਆ ਨਾਲ ਤੇ ਭੰਗੜੇ ਦੀ ਪ੍ਰੈਕਟਿਸ ਕਰਾਈ। ਅਸੀਂ ਐਕਸ਼ਨ ਕੈਚ ਕਰ ਲਏ ਕਿਉਂਕਿ ਪਹਿਲਾਂ ਵੀ ਕੀਤਾ ਹੋਇਆ ਸੀ, ਮੈਂ 7ਵੀਂ ਤੋਂ ਕਰਦਾ ਸੀ। ਤੇ ਉਹ ਕਹਿੰਦਾ ਤੂੰ ਪਰਮਾਨੈਂਟ ਹੋ ਜਾ। ਮੈਨੂੰ ਇਕੱਲੇ ਨੂੰ ਉਹਨੇ ਸਿਲੈਕਟ ਕਰ ਲਿਆ। ਤੇ ਉਹ ਚਲੋ ਅਸੀਂ ਵਿਹਲਾ ਸੀ ਮੈਂ, ਤੇ ਮੈਂ ਉਹਨਾਂ ਦੇ ਨਾਲ ਜੁੜ ਗਿਆ। ਅਸੀਂ ਇੰਡੀਆ 'ਚ ਮਿਲਟਰੀ ਵਾਲੇ ਕਦੇ ਫੰਕਸ਼ਨ ਤੇ ਜਾ ਰਹੇ ਹਾਂ, ਕਦੇ ਕਸ਼ਮੀਰ ਜਾ ਰਹੇ ਹਾਂ, ਕਦੇ ਮੱਧ ਪ੍ਰਦੇਸ਼ ਜਾ ਰਹੇ ਹਾਂ। ਮੱਧ ਪ੍ਰਦੇਸ਼ ਦੇ ਪਿੰਡ ਦੇ ਵਿੱਚ ਵੀ ਗਏ ਸੀ ਇੱਕ ਵਾਰੀ। ਅੱਛਾ ਮੈਨੂੰ ਦੱਸੋ ਪੁਰਨ ਸਾਹਿਬ, ਵਿਦੇਸ਼ ਦੀ ਯਾਤਰਾ, ਹਾਂ ਜਿਹੜੀ ਕਲਚਰ ਐਕਟੀਵਿਟੀ ਹੈ ਉਹਦੇ ਕਿੰਨੇ ਵਾਰੀ ਗਏ? ਜਿਹੜੀ ਗੇਮ ਉਹਦੇ ਵਾਸਤੇ ਕਿੰਨੇ ਵਾਰੀ? ਹਾਂ ਉਹ ਮਹਿੰਦਰ ਸਿੰਘ ਨੂੰ ਇੱਕ ਵਾਰੀ ਪ੍ਰੋਗਰਾਮ ICCR ਵੱਲੋਂ ਫੰਕਸ਼ਨ ਮਿਲਿਆ ਉਹ ਆਸਟ੍ਰੇਲੀਆ ਦਾ, ਤੇ ਮੈਨੂੰ ਕਹਿੰਦਾ ਵੀ ਤੂੰ ਨਾਲ ਜਾਣਾ ਹੈ। ਤੇ ਕਿਉਂਕਿ ਮੇਰੀ ਇਵੈਂਟ ਸੀ ਉਦੋਂ, ਮੈਂ ਖੁੰਡਾ ਟੱਪਦਾ ਸੀ ਬੜੀ ਫੁਰਤੀ 'ਚ, ਮੈਂ ਅਜੇ ਵੀ ਟੱਪ ਜਾਂਦਾ ਐ ਖੁੰਡਾ ਟੱਪਦਾ ਸੀ। ਇੱਕ ਜਦੋਂ ਢੋਲ ਦਾ ਡਾਕਾ ਵੱਜਦਾ ਮੈਂ ਮਹਿੰਦਰ ਸਿੰਘ ਦੇ ਉੱਤੇ ਪਿੱਛੇ ਮੁੰਡਿਆਂ ਤੇ ਚੜ੍ਹ ਕੇ ਐ ਹੱਥ ਖਿਲਾ ਦਿੰਦਾ ਸੀ ਮੈਂ। ਉਹ ਮੇਰੀਆਂ 2 ਇਵੈਂਟਾਂ ਬੜੀਆਂ ਪਰਫੈਕਟ ਮੰਨਦਾ ਸੀ, ਕਹਿੰਦਾ ਯਾਰ ਤੈਨੂੰ ਰੱਖਣਾ ਹੈ। ਇਹ ਆਈਟਮਾਂ ਕੋਈ ਕਰਦਾ ਨਹੀਂ ਸੀ ਛੇਤੀ ਕਿਤੇ, ਪਰ ਜਿੰਨੀ ਫੁਰਤੀ ਨਾਲ ਮੈਂ ਅਜੇ ਵੀ ਕਰ ਦਿੰਦਾ ਤੇ ਉਹਨੂੰ ਕਰਦਾ ਸੀ। ਕਹਿੰਦਾ ਯਾਰ ਤੂੰ ਬੜਾ ਵੀ ਮਾਹਰ ਹੈਗਾ। ਤੇ ਉਹ ਕਹਿੰਦਾ ਆਸਟ੍ਰੇਲੀਆ ਜਾਣਾ ਹੈ। ਤੇ ਮੈਂ ਉਦੋਂ 250 ਰੁਪਇਆ ਜੇਬ 'ਚ ਪਾਇਆ। ਮੈਂ ਕਿਹਾ ਮੇਰੇ ਕੋਲ ਪੈਸੇ ਇੰਨੇ ਹੀ ਆ। ਉਹ ਕਹਿੰਦੇ ਪੈਸੇ ਦੀ ਲੋੜ ਹੀ ਨਹੀਂ, ਸਰਕਾਰ ਵੱਲੋਂ ਵਾਈਟ ਪਾਸਪੋਰਟ ਬਣ ਗਏ ਸਾਡੇ। 8 ਜਣੇ ਗਏ ਸੀ ਅਸੀਂ। ਮਹਿੰਦਰ ਸਿੰਘ ਸੀ, ਸਤਪਾਲ ਸੂਰੀ ਸੀ, ਇੱਕ ਨਿਰਮਲ ਨਿੰਮੀ ਸੀ। ਮਤਲਬ ਕਿਹੜੇ ਦੇਸ਼ਾਂ 'ਚ ਸ਼ੋਅ ਕੀਤੇ? ਅਸੀਂ ਆਸਟ੍ਰੇਲੀਆ 'ਚ 9 ਮਤਲਬ ਸ਼ਹਿਰਾਂ 'ਚ ਗਏ, ਜਿਸ ਤਰ੍ਹਾਂ ਮੈਲਬੌਰਨ, ਕੈਨਬਰਾ, ਬਲਗੂਲਗਾ, ਸਿਡਨੀ। 9 ਥਾਵਾਂ ਤੇ ਅਸੀਂ ਸ਼ੋਅ ਕੀਤੇ। ਕੈਨੇਡਾ 'ਚ ਵੀ ਗਏ? ਇੰਗਲੈਂਡ, ਕੈਨੇਡਾ? ਨਹੀਂ ਉੱਧਰ ਨਹੀਂ ਗਿਆ ਮੈਂ। ਅਸੀਂ 2 ਦਿਨਾਂ ਬਾਅਦ ਜਹਾਜ਼ ਪਕੜ ਲੈਂਦੇ ਸੀ ਸ਼ੋਅ ਕਰਕੇ। 2 ਦਿਨਾਂ ਬਾਅਦ ਜਾਂ ਅਸੀਂ ਫਿਰ ਜਹਾਜ਼ ਪਕੜ ਕੇ ਅਗਲੀ ਥਾਂ ਤੇ। ਬਲਗੂਲਗਾ ਇੱਕ ਏਦਾਂ ਦਾ ਸਿਟੀ ਹੈ ਜੀ ਜਿੱਥੇ 99% ਪੰਜਾਬੀ ਰਹਿੰਦੇ ਆ। ਉਹ ਜਦੋਂ ਸਭ ਉੱਥੇ ਲੈ ਕੇ ਗਏ, ਪਹਿਲਾਂ ਕਹਿੰਦੇ ਗੁਰਦੁਆਰੇ ਮੱਥਾ ਟੇਕੋ। ਅਸੀਂ ਕਿਹਾ ਯਾਰ ਬੜੀ ਖੁਸ਼ੀ ਹੋਈ ਸੀ ਤੁਹਾਨੂੰ ਮਿਲ ਕੇ। ਅਸੀਂ ਮੱਥਾ ਟੇਕਿਆ, ਫਿਰ ਅਸੀਂ ਰਾਤ ਰਹੇ। ਫਿਰ ਉਹ ਕਹਿੰਦਾ ਯਾਰ ਤੁਸੀਂ ਜਿੱਥੇ ਅਸੀਂ ਸ਼ੋਅ ਕਰਨਾ ਸਾਨੂੰ ਸਟੇਜ ਦਿਖਾ ਦਿਓ। ਕਹਿੰਦਾ ਸਟੇਜ ਸਭ ਕੁਛ ਮਤਲਬ ਵਧੀਆ। ਤੇ ਅਸੀਂ ਫਿਰ ਉੱਥੇ 1 ਮਹੀਨਾ ਰਹੇ। ਇਹ ਕਦੋਂ ਦੀ ਗੱਲ ਹੈ, ਕਿਹੜੇ ਸਾਲ ਦੀ? ਇਹ 82 ਦੀ 1982 ਦੀ। ਅੱਛਾ। ਅਸੀਂ ਉੱਥੇ ਰਹੇ 1 ਮਹੀਨਾ ਤੇ 10 ਕੁ ਦਿਨ ਅਸੀਂ ਹਾਂਗਕਾਂਗ ਆ ਗਏ। ਹਾਂਗਕਾਂਗ ਵੀ ਸ਼ੋਅ ਸੀ 4-5 ਸ਼ੋਅ। ਉੱਥੇ ਮੀਟਿੰਗਾਂ ਵੀ ਕੀਤੀਆਂ ਤੇ ਅਸੀਂ ਤਾਂ ਪੰਜਾਬੀ ਬੋਲਦੇ ਸੀ, ਇੰਗਲਿਸ਼ ਤਾਂ। ਅੱਛਾ ਗੇਮ ਕਿੰਨੇ ਵਾਰੀ ਗਏ ਗੇਮ ਵਾਸਤੇ? ਗੇਮ 'ਚ ਮੈਂ 2009 'ਚ ਮਲੇਸ਼ੀਆ ਗਿਆ। ਅੱਛਾ ਫਿਰ ਮੈਂ ਥੋੜਾ ਪਿੱਛੇ ਆਉਣਾ ਪਊਗਾ। ਹਾਂਜੀ। ਫਿਰ ਭੋਲੇ ਦਾ ਮੇਲ ਕਦੋਂ ਹੁੰਦਾ? ਭੋਲੀ ਕਦੋਂ ਫਿਰ ਹਨਾ? ਮੈਂ ਸ਼ੇਰੇ ਕਦੋਂ ਸਜਦੇ? ਪਿੱਤਵਾਲੇ ਭੋਲੇ ਦੇ ਸ਼ੇਰੇ ਕਦੋਂ ਸਜਦੇ? 29-30 ਸਾਲ ਦਾ ਹੋ ਗਿਆ ਸੀ। ਮੈਨੂੰ ਦਫ਼ਤਰ ਵਾਲੇ ਕਹਿੰਦੇ ਯਾਰ ਤੂੰ ਭੰਗੜੇ 'ਚ ਪਿਆ ਰਹਿਣਾ, ਤੂੰ ਦੌੜੀ ਦਾ ਜਾਂਦਾ, ਕੋਈ ਆਪਣੀ ਜ਼ਿੰਦਗੀ ਵਸਾ। ਇਹ ਦਫ਼ਤਰ ਦੀ ਗੱਲ ਹੈ। ਦਫ਼ਤਰ ਵਾਲੇ ਮੈਨੂੰ ਮਖੌਲ ਕਰਦੇ ਸੀ ਵੀ ਭੋਲੀ ਲੈ ਕੇ ਆ, ਕੋਈ ਭੋਲੀ ਦਾ ਲੱਭ ਭੁੱਲਿਆ, ਵਿਆਹ ਕਰਾ ਲਾ, ਆਪਣੀ ਜ਼ਿੰਦਗੀ ਬਣਾ। ਮੈਂ ਕਿਹਾ ਯਾਰ ਅਜੇ ਤਾਂ ਮੈਂ ਜਵਾਨ ਹੈ, ਕੋਈ ਵਿਆਹ ਕਰਾ ਲਾਂ ਜਦੋਂ ਉਮਰ ਹੋਊਗੀ। ਉਦੋਂ ਉਮਰ ਕਿੰਨੀ ਸੀ? ਉਦੋਂ 29-30 ਸਾਲ ਦਾ ਹੋ ਗਿਆ ਸੀ। ਉਹ ਕਹਿੰਦੇ ਅੱਜ ਕੱਲ੍ਹ ਤਾਂ 23-24 ਸਾਲ ਦਾ ਵਿਆਹ ਹੋ ਜਾਂਦਾ। ਮੈਂ ਕਿਹਾ ਮੈਨੂੰ ਨਹੀਂ ਲੋੜ। ਤੇ ਉਦੋਂ ਫਿਰ ਸਾਡੇ 22 ਸੈਕਟਰ ਕੋਈ ਰਿਸ਼ਤੇਦਾਰ ਰਹਿੰਦੇ ਸੀ, ਉਹਨਾਂ ਨੇ ਲੜਕੀ ਦੀ ਦੱਸ ਪਾਈ। ਤੇ ਮੈਂ ਕਿਹਾ ਜੀ ਮੈਂ ਤਾਂ ਨਹੀਂ ਜਾ ਸਕਦਾ ਉੱਥੇ, ਤੁਸੀਂ ਲੜਕੀ ਨੂੰ ਇੱਥੇ ਲਿਆਓ। ਤੇ ਉਹਨਾਂ ਦੇ ਘਰੇ ਅੱਜ ਲੜਕੀ ਆ ਗਈ ਤੇ ਮੈਂ ਆ ਗਿਆ। ਤੇ ਮੈਂ ਉਹਦੀਆਂ 2 ਗੱਲਾਂ ਨੋਟ ਕੀਤੀਆਂ। ਇੱਕ ਤਾਂ ਉਹ ਖੁਸ਼ ਸੀ, ਮਤਲਬ ਖਿੜੀ ਹੋਈ ਸੀ, ਤੇ ਇੱਕ ਉਹਨੇ B.Ed ਕੀਤੀ ਸੀ, M.Ed ਸੀ ਸ਼ਾਇਦ। ਤੇ ਮੈਂ ਉਹਨੂੰ ਕੁਆਲੀਫਿਕੇਸ਼ਨ ਪੁੱਛੀ, ਕਹਿੰਦੀ ਮੇਰੀ ਪਤਾ ਨਹੀਂ M.Ed ਹੈ। ਮੈਂ ਕਿਹਾ ਠੀਕ ਹੈ ਜੀ।
ਉਹ ਕਹਿੰਦੇ ਕੋਈ ਹੋਰ ਗੱਲ, ਮੈਂ ਕਿਹਾ ਹੋਰ ਪੁੱਛਣੀ ਨਹੀਂ ਮੈਂ, ਠੀਕ ਹੈ ਬਿਲਕੁਲ। ਉੱਥੇ ਚੁੰਨੀ ਚੜਾਈ, ਬਸ ਕਹਿੰਦੇ ਰਿਸ਼ਤਾ ਹੋਗਾ ਜੀ। ਫਿਰ ਅਸੀਂ ਗੰਗਾ ਨਗਰ ਉਹ ਬਰਾਤ ਲੈ ਕੇ ਗਏ, ਮਤਲਬ ਇੱਕ ਬੱਸ 'ਚ ਗਏ, ਕੋਈ ਫਾਲਤੂ ਖਰਚਾ ਨਹੀਂ। ਮੈਂ ਕਿਹਾ ਨਾ ਹੀ ਮੈਂ ਮੰਗਣਾ ਹੈ ਕੁਛ, ਕੋਈ ਕਾਰ ਸਕੂਟਰ ਕੁਛ ਨਹੀਂ ਮੈਨੂੰ ਚਾਹੀਦਾ, ਸਿਰਫ ਜਾਣਾ ਤੇ ਰੋਟੀ ਖਵਾ ਦਿਓ। ਉੱਥੇ ਰਾਤ ਰਹੇ ਤੇ ਦੂਸਰੇ ਦਿਨ ਆਨੰਦ ਕਾਰਜ ਹੋਏ, ਬੱਸ 'ਚ ਬਹਿ ਕੇ। ਕਿਹੜੇ ਸਾਲ ਦੀ ਗੱਲ ਹੈ ਜਦੋਂ ਮੈਰਿਜ ਹੋ ਜਾਂਦੀ? 84 ਦੀ, 1984 ਦੀ। ਹਾਂ, ਤੁਹਾਡੀ ਪਤਨੀ ਦਾ ਨਾਂ ਕੀ ਹੈ? ਉਹਦਾ ਨਾਂ ਬਲਜਿੰਦਰ ਕੌਰ ਮਾਨ, ਤੇ ਹੁਣ ਬਲਜਿੰਦਰ ਭੁੱਲਰ ਹੈ। ਹਾਂ, ਮਤਲਬ ਭੋਲੀ ਹੋ ਗਈ ਬਲਜਿੰਦਰ ਕੌਰ। ਹੁਣ ਭੋਲੀ ਕਹਿਣ ਲੱਗ ਭੋਲੇ ਦੀ ਭੋਲੀ ਕਹਿਣ ਲੱਗ ਮੈਨੂੰ ਕਿੱਥੋਂ ਆ ਭੋਲਾ। ਉਹ ਕਹਿੰਦੇ ਤੇਰੀ ਭੋਲੀ ਕਿੱਥੇ ਆ? ਮੈਂ ਕਿਹਾ ਯਾਰ ਇਹਨਾਂ ਕਿਹਾ ਕਰੋ ਮਿਸ ਜਾ, ਰੋਟੀ ਮਿਲਣੀ ਬੰਦ ਹੋ ਜਾਣੀ ਹੈ ਮੈਨੂੰ ਤਾਂ। ਤੇ ਹਾਂ, ਤੇ ਜਦੋਂ ਫਿਰ ਤੁਹਾਡਾ ਪਹਿਲੀ ਵਾਰ ਮਿਲਦੇ ਹੋ, ਕੋਈ ਪਲੇਅਰ ਸੀ ਸਾਰਾ ਕੁਝ, ਕੁਝ ਹੋਰ ਵੀ ਪੁੱਛਗਿੱਛ ਹੋਈ? ਉਸ ਗੱਲ ਨਹੀਂ ਗੱਲ ਹੀ ਪੁੱਛੀ? ਨਹੀਂ, ਉੱਥੇ ਜਦੋਂ ਮੈਂ ਸ਼ਕਲ ਸੁਕਲ ਮੂੰਹ ਦੇਖ ਲਿਆ ਸੀ ਘਰ ਵਾਲੀ ਦਾ? ਹਾਂ, ਨਹੀਂ ਦੇਖ ਲਿਆ ਸੀ। ਨਹੀਂ, ਮੈਂ ਤਾਂ ਦੋ ਗੱਲਾਂ ਦੇਖੀਆਂ, ਤੇ ਇੱਕ ਤਾਂ ਉਹਦੀ ਕੁਆਲੀਫਿਕੇਸ਼ਨ ਮੈਨੂੰ ਪਸੰਦ ਆਈ, ਤੇ ਇੱਕ ਮੈਂ ਕਿਹਾ ਵੀ ਬੰਦਾ ਕੋਈ ਨਾਰਾਜ਼ ਜਾਂ ਨਹੀਂ ਹੈ, ਕੋਈ ਮੂੰਹ ਜਾਂ ਵੱਟਿਆ ਨਹੀਂ, ਵੀ ਕਿਹੜੀ ਕਿਹੜੀ ਹੈ, ਵੀ ਆਪਾਂ ਨੂੰ ਹੋਰ ਕੀ ਚਾਹੀਦਾ। ਤੇ ਸਾਡੇ ਕੋਲ ਖੜਿਆ ਫੁੱਲ ਮਿਲ ਗਿਆ। ਹਾਂ, ਖੜਿਆ ਫੁੱਲ ਮਿਲ ਗਿਆ। ਹਾਂ, ਅੱਛਾ। ਫਿਰ ਜੀਵਨ ਦੀ ਇਹ ਜਿਹੜੀ ਹੈਗੀ ਹੈ, ਉਸ ਤੋਂ ਬਾਅਦ ਇਹ ਜ਼ਿੰਦਗੀ ਸ਼ੁਰੂ ਹੁੰਦੀ ਹੈ, ਇਹ ਲਾਈਫ ਸ਼ੁਰੂ ਹੁੰਦੀ ਹੈ। ਹਾਂਜੀ, ਹੈਨਾ? ਥੋੜਾ ਇਹ ਕਿਵੇਂ ਰਿਹਾ ਤੁਹਾਡਾ ਜੀਵਨ, ਕਿਵੇਂ ਰਿਹਾ ਜੀਵਨ ਸਾਥੀ ਨਾਲ? ਪੰਜਾਬ ਮੰਡੀ ਬੋਰਡ 'ਚ ਆ ਗਏ, ਤੇ ਉਦੋਂ ਗਵਰਨਮੈਂਟ ਕੁਆਟਰ ਮਿਲ ਗਿਆ ਮੈਨੂੰ, 2 ਬੱਚੇ ਹੋ ਗਏ, ਤੇ ਬਹੁਤ ਸਿਆਣੇ ਹੈ ਜੀ, ਤੇ ਉਹ ਵੀ ਸਪੋਰਟਸ ਕਰਦੇ ਆ। ਤੇ ਬੇਟਾ ਮੇਰਾ ਆਸਟ੍ਰੇਲੀਆ ਹੈ, ਬੇਟੀ ਮਤਲਬ ਸਾਡੇ ਕੋਲ, ਮੇਰੇ ਕੋਲ ਕੋਈ ਪੈਸਾ ਨਹੀਂ ਸੀ, ਕੁਛ ਨਹੀਂ ਸੀ, ਪਰ ਰਿਸ਼ਤੇ ਵਧੀਆ ਮਿਲ ਗਏ ਕੁਦਰਤੀ। ਤੇ ਸਾਡਾ ਜਵਾਈ ਨਾ ਪਾਇਲਟ ਹੈ, ਉਹ ਮਤਲਬ ਅੱਜ ਕੱਲ੍ਹ ਦਿੱਲੀ ਹੈ, ਬੇਟੀ ਵੀ ਉੱਥੇ ਹੈ, ਤੇ ਵਧੀਆ ਜ਼ਿੰਦਗੀ ਬਤੀਤ ਕਰਦੇ ਆ। ਤੇ ਮੈਂ ਹੁਣ ਪੈਨਸ਼ਨ ਆਉਂਦੀ ਹੈ, ਵਧੀਆ ਗੁਜ਼ਾਰਾ, ਮੈਨੂੰ ਕੋਈ ਏਦਾਂ ਦੀ ਆਦਤ। ਵਿਆਹਤਾ ਜੀਵਨ ਵਧੀਆ ਰਿਹਾ? ਵਧੀਆ, ਬਹੁਤ ਅਜੇ ਵਧੀਆ ਚੱਲ ਰਿਹਾ। ਹਾਂ, ਵਧੀਆ ਚੱਲ ਨਹੀਂ, ਹੁਣ ਕੋਈ ਝੜਕਾ ਤਾਂ ਨਹੀਂ ਪੈਂਦੀਆਂ ਭੋਲੀ ਤੋਂ ਮਾੜਾ ਮੋਟਾ? ਕਹਿੰਦੇ ਉਹਨਾਂ ਨੂੰ ਕਈ ਵਾਰੀ ਨਹੀਂ, ਕਹਿੰਦੇ ਲੇਟ ਵੇਟ ਵੀ ਵੜਦਾ ਨਾ ਘਰੇ। ਹਾਂ, ਜਿਸ ਤਰ੍ਹਾਂ ਕਈ ਵਾਰੀ ਉਹਨੇ ਕਿਹਾ ਵੀ ਰਾਤ ਨੂੰ ਨਾ ਭੋਲਾ ਜੀ ਕਿ ਤੈਨੂੰ ਦੂਜੇ ਇਹਦਾ ਨਾ ਜਿਵੇਂ ਜਿਹੜੀ ਕਲਚਰ ਐਕਟੀਵਿਟੀ ਹੈ ਦਾ ਸ਼ੌਕ ਹੈ। ਹਾਂਜੀ, ਦੇਖੋ ਤੁਸੀਂ ਹਰ ਜਗ੍ਹਾ ਦੇ ਮੈਂਬਰ ਹੀ ਬਣ ਗਏ ਹੋ। ਹਾਂਜੀ, ਜਿੱਥੇ ਪੰਜਾਬੀ ਲਿਖਾਰੀ ਸਭਾ ਉਹਦੇ ਮੈਂਬਰ ਹੋ, ਹੋਰ ਜਗ੍ਹਾ ਤੇ ਵੀ ਮੈਂਬਰ ਹੋ, ਹਨਾ? ਤੁਸੀਂ ਸਮਾਜ ਟੀਵੀ ਨਾਲ ਵੀ ਜੁੜੇ ਹੋਏ ਹੋ, ਉਹਦੀਆਂ ਸਕੱਟਾਂ ਕਰਦੇ ਹੋ, ਹਨਾ? ਕੁਝ ਵੀ ਐਨੀਥਿੰਗ ਉਹਨਾਂ ਦੇ ਪ੍ਰੋਗਰਾਮ ਕਰਦੇ ਹੋ। ਕਿ ਪਰਿਵਾਰ ਦੇ ਵਿੱਚ ਕੋਈ ਇਦਾਂ ਦੀ ਕੋਈ ਡਿਫਿਕਲਟ ਨਹੀਂ ਹੁੰਦਾ ਵੀ ਯਾਰ ਤੂੰ ਹੁਣ ਟਿਕ ਜਾ, ਹੁਣ ਤੇਰੀ ਉਮਰ 69 ਸਾਲ ਦੀ ਹੋ ਗਈ, ਕੋਈ ਲੱਤ ਬਾਂਹ ਤੜਾ ਕੇ ਬਹਿ ਜਾਏਗਾ, ਤੂੰ ਟਾਈਮ ਨਾਲ ਪੜਦਾ ਨਹੀਂ ਘਰੇ ਤੇ ਮੁੜ ਕੇ? ਹਾਂ, ਅੱਜ ਮਿਸੀ ਮੈਨੂੰ ਇਹ ਕਹਿੰਦੇ ਆ, ਦੇਖੋ ਜੀ ਤੁਸੀਂ ਹਨੇਰਾ ਹੁੰਦੇ ਤੋਂ ਨਾ ਘਰ ਆਓ, ਤੁਸੀਂ ਐਕਟੀਵਿਟੀ ਕਰੋ। ਸਾਰੀ ਉਮਰ ਭੰਗੜੇ ਪਾਏ ਆ ਤੁਸੀਂ, ਬਸ ਕਦੇ ਮਿਰਜ਼ਾ ਬਣ ਗਿਆ, ਕਦੇ ਬੰਗਾ ਦਾ ਬੰਜਾਰਾ ਚ ਆ ਗਿਆ, ਕਦੇ ਅੰਬੀ ਦਾ ਬੂਟਾ ਕਰ ਲਿਆ। ਮੈਂ ਤੁਹਾਨੂੰ ਕੁਝ ਨਹੀਂ ਕਿਹਾ, ਹੁਣ ਵੀ ਕਰੋ ਬੇਸ਼ੱਕ, ਪਰ ਰਾਤ ਨੂੰ ਦਿਨ ਛਿਪਦੇ ਤੋਂ ਪਹਿਲਾਂ ਮਤਲਬ ਘਰ ਆ ਜਾ ਕਰੋ। ਦੂਸਰੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਕੁੜੀਆਂ ਨਾਲ ਹੋਰ ਲੇਡੀਜ਼ ਨਾਲ ਐਕਟਿੰਗ ਕਰਦੇ ਆ ਜਾਂ ਕੁਝ ਕਰਦੇ ਆ, ਉਦੋਂ ਮੋਸਟਲੀ ਜਿਹੜਾ ਪ੍ਰਭਾਵ ਹੈ ਗਲਤ ਪਾਸੇ ਚਲਾ ਜਾਂਦਾ। ਕੁਝ ਇਦਾਂ ਦਾ ਤਾਂ ਨਹੀਂ ਹੋਇਆ? ਨਹੀਂ, ਸਾਡੇ ਕਿਸੇ ਰਿਸ਼ਤੇਦਾਰਾਂ ਨੂੰ ਨਹੀਂ, ਸਭ ਤੋਂ ਪਹਿਲਾਂ ਪਤਨੀ ਨੂੰ ਜਾਂਦਾ ਮੇਰਾ ਘਰ ਵਾਲਾ ਉਹਦੇ ਨਾਲ ਕਿਉਂ ਕਰ ਰਿਹਾ ਹੈ, ਕੌਣ ਕੁੜੀ ਹੈ, ਕੀ ਹੈ, ਇਹ ਇਦਾਂ। ਮੈਂ ਕਈ ਵਾਰੀ ਪ੍ਰੋਗਰਾਮ ਦਿਖਾਏ ਆ ਉਸਨੂੰ, ਮੈਂ ਕਿਹਾ ਵੀ ਕੋਈ ਇਦਾਂ ਦਾ ਰਿਐਕਸ਼ਨ ਵਾਲੀ ਗੱਲ ਨਹੀਂ। ਉਹ ਕਹਿੰਦੇ ਠੀਕ ਹੈ, ਤਾਂ ਕਲਾ ਹੈ, ਇਹਦਾ ਕਲਾ। ਹੁਣ ਮਿਰਜ਼ਾ ਸਾਹਿਬਾਂ ਦੀ ਉਹ ਸਟੋਰੀ ਤੁਸੀਂ ਬਿਆਨ ਕਰ ਰਹੇ ਹੋ ਵੀ ਤੁਹਾਨੂੰ ਜੋ ਡਾਇਰੈਕਟਰ ਨੇ ਕਿਹਾ ਜਾਂ ਜੋ ਤੁਸੀਂ ਐਕਸ਼ਨ ਕਰਦੇ ਹੋ ਠੀਕ ਹੈ। ਤੇ ਇੱਕ ਸਰਦਾਰ ਭਾਗ ਸਿੰਘ ਹੁੰਦੇ ਸੀ, ਉਹਨਾਂ ਨੇ ਸਾਨੂੰ ਬੜਾ ਵਧੀਆ ਸਿਖਾਇਆ ਸੀ, ਆਪ ਵੀ ਬੜੇ ਵਧੀਆ ਬੋਲਦੇ ਸੀ, ਐਕਟਰ ਸੀ ਉਹ। ਤੇ ਉਹਨਾਂ ਨੇ ਜੋ ਸਿਖਾਇਆ ਉਹੀ ਮੈਂ ਬਸ ਲਾਗੂ ਕਰ ਰਿਹਾ। ਮਹਿੰਦਰ ਸਿੰਘ ਝਾਨ ਨੇ ਬੜਾ ਸਿਖਾਇਆ। ਤੇ ਬਸ ਜ਼ਿੰਦਗੀ ਦਾ ਜਿਹੜਾ ਅਨੁਭਵ ਸੀ, ਜ਼ਿੰਦਗੀ ਦੀ ਡਾਇਰੀ ਸੀ, ਬੜੀ ਵਧੀਆ ਰਹੀ, ਬੜੀ ਵਧੀਆ, ਅਜੇ ਵੀ ਬੜੀ ਵਧੀਆ ਚੱਲ ਰਹੀ ਹੈ। ਅਜੇ ਵੀ ਮੈਂ ਜਿਹੜੇ ਐਕਸ਼ਨ ਕਰਦਾ ਨਾ, ਉਹ ਕਹਿੰਦੇ ਯਾਰ ਤੂੰ ਤਾਂ ਇਦਾਂ ਲੱਗਦਾ ਜਿਸ ਤਰ੍ਹਾਂ 40 ਨਹੀਂ ਹਜੇ ਕ੍ਰਾਸ ਹੋਇਆ। ਇੱਕ ਪਿੰਡ ਦੀ ਯਾਦ ਹੁਣ ਵੀ ਆਉਂਦੀ ਹੈ ਚੰਡੀਗੜ੍ਹ? ਆਉਂਦੀ ਹੈ ਜੀ, ਆਉਂਦੀ ਹੈ। ਪਿੰਡ ਦੀਆਂ ਗਲੀਆਂ ਯਾਦ ਆਉਂਦੀਆਂ ਕਿਤੇ ਸੁੱਤੇ ਪਿਆਂ ਨੂੰ ਸੁਪਨੇ ਦੇ ਵਿੱਚ, ਜਾਂ ਉਹ ਖੂਹ ਜਾਂ ਕੁਝ ਸੱਤੇ ਸੱਤ ਦੀ ਪਿੰਡ ਦੀ? ਅਸੀਂ ਪਿੱਥੋਂ ਪਿੰਡ 'ਚ ਮਤਲਬ ਜਿਹੜੇ ਘਰ 'ਚ ਰਹਿੰਦੇ ਸੀ ਸਾਡਾ, ਉਦੋਂ ਲਟੈਣ ਪਾਈ ਹੁੰਦੀ ਸੀ। ਚਲੇ ਜਾਂਦੇ ਕਿਤੇ ਸੁਪਨੇ ਦੇ ਵਿੱਚ, ਖੁਆਬਾਂ ਦੇ ਵਿੱਚ ਜਾਂਦੇ ਹੋ? ਨਹੀਂ ਜਾਣਾ ਜੀ। ਇੱਕ ਸਾਡੇ ਘਰ ਦੇ ਸਾਹਮਣੇ ਧਰਮਸ਼ਾਲਾ ਸੀ, ਇੱਕ ਅਸੀਂ ਕਈ ਵਾਰੀ ਖੇਤਾਂ 'ਚ ਉਦੋਂ ਬਚਪਨ 'ਚ ਸੀ, ਅਸੀਂ ਖਰਬੂਜੇ ਖਾਣ ਜਾਂਦੇ ਸੀ, ਅਸੀਂ ਤਰਾਂ ਖਾਣ ਜਾਂਦੇ ਸੀ, ਗੰਨੇ ਚੁੱਪਣ ਜਾਂਦੇ ਸੀ। ਉਹ ਜਿਹੜੀਆਂ ਗੱਲਾਂ ਬਾਤਾਂ ਨਾ ਉਹਦੀ ਵੀ ਯਾਦ ਆਉਂਦੀਆਂ, ਨਹੀਂ ਭੁੱਲਦੀਆਂ। ਦੋਸਤਾਂ ਨੂੰ ਬੁਲਾ ਕੇ ਚਲੋ ਯਾਰ ਅੱਜ ਗੰਨੇ ਚੁੱਪ ਕੇ ਆਈਏ, ਚਲੋ ਯਾਰ ਅੱਜ ਖਰਬੂਜੇ ਫੁੱਟਾਂ ਹੁੰਦੀਆਂ, ਖਰਬੂਜਿਆਂ ਦੇ ਨਾਲ ਫੁੱਟਾਂ ਹੁੰਦੀਆਂ ਵੀ ਅੱਜ ਫੁੱਟਾਂ ਖਾਵਾਂਗੇ। ਪਿੰਡ ਨੂੰ ਜਾਣ ਦੀ ਖਿੱਚ ਕਿੰਨੀ ਕੁ ਰਹਿੰਦੀ ਹੈ? ਬਹੁਤ ਜ਼ਿਆਦਾ।
ਹਾਂ ਬਹੁਤ ਜ਼ਿਆਦਾ ਰਹਿੰਦੀ ਹੈ। ਦਿਲ ਕਰਦਾ ਪਿੰਡ ਜਾਈਏ ਯਾਰ, ਮਤਲਬ ਦੇਖੀਏ। ਪਿੰਡ ਸਾਡਾ ਨੰਬਰਦਾਰਾਂ ਦਾ ਮਤਲਬ ਖਾਨਦਾਨ ਹੈ, ਮਤਲਬ ਸਾਨੂੰ ਨੰਬਰਦਾਰੀ ਕਹਿੰਦੇ ਆ ਪਿੰਡ 'ਚ। ਮੇਰੇ ਜਿਹੜੇ ਪੜਦਾਦਾ ਸੀ ਹੀਰਾ ਸਿੰਘ ਸੀ, ਤੇ ਉਹ ਅੰਗਰੇਜ਼ਾਂ ਵੇਲੇ ਨੰਬਰਦਾਰ ਸੀਗੇ। ਤੇ ਨੰਬਰਦਾਰ ਤਾਂ ਖੈਰ ਉਦੋਂ ਅੰਗਰੇਜ਼ਾਂ ਵੇਲੇ ਕੋਈ ਕੰਮ ਇਦਾਂ ਦੇ ਕਰਨੇ ਵੀ ਪੈਂਦੇ ਸੀ ਜਿੱਦਾਂ ਅੰਗਰੇਜ਼ ਕਹਿੰਦੇ ਸੀ, ਪਰ ਸਾਡਾ ਮਤਲਬ ਪੜਦਾਦਾ ਨਹੀਂ ਸੀ ਇਦਾਂ ਦਾ। ਹਾਂ ਬੜਾ ਵਧੀਆ ਸੀ। ਤੇ ਭੋਲਾ ਜੀ ਜਿਹੜਾ ਮਿੱਟੀ ਦਾ ਮੋਹ ਹੈ, ਹਾਂਜੀ ਨਾ ਕਈ ਮਿੱਟੀ ਦਾ ਮੋਹ ਛੱਡਿਆ ਆਉਂਦੇ ਨੇ। ਹਾਂਜੀ ਮਿੱਟੀ ਦਾ ਮੋਹ ਛੱਡ ਦਿੰਦੇ ਨੇ ਕਿ ਮਿੱਟੀ ਦਾ ਮੋਹ ਛੱਡਣਾ ਹਨਾ, ਜਿੱਥੋਂ ਪੈਦਾ ਹੋਏ ਜਿਸ ਮਿੱਟੀ 'ਚ ਪੈਦਾ ਹੋਏ ਆ, ਹਾਂ ਉਹਨੂੰ ਭੁੱਲ ਜਾਣਾ ਕੋਈ ਲੱਗਦਾ ਤੁਹਾਨੂੰ ਵੀ ਇਦਾਂ ਦਾ? ਹਾਂ ਮੈਂ ਨਾ ਜਦੋਂ ਨੌਕਰੀ ਲੱਗ ਗਿਆ, ਮੇਰਾ ਇੰਟਰਸਟ ਕੁਦਰਤੀ, ਉਦੋਂ ਮੈਂ ਇੱਕ ਕਿਤਾਬ, ਮੈਂ ਸਹਿਤ ਸਭਾ ਦਾ ਵੀ ਮੈਂਬਰ ਸੀਗਾ, ਤੇ ਉਹਨਾਂ ਨਾਲ ਮੇਰੀ ਦੋਸਤੀ ਸੀਗੀ, ਤੇ ਮੈਂ ਨਾ ਇੱਕ ਕਿਤਾਬ ਲਿਖੀ ਸੀ ਮਿੱਟੀ ਦਾ ਮੋਹ, ਤੇ ਉਹ ਕੁਦਰਤੀ ਉਹੀ ਮਿੱਟੀ ਦਾ ਮੋਹ ਮੇਰਾ ਹੋਣਾ ਹੈ। ਉਹ 'ਚ ਮਤਲਬ ਕਹਾਣੀ ਬੜੀ ਵਧੀਆ ਸੀ, ਉਸ ਤੇ ਕਈ ਕਹਾਣੀਆਂ ਤੇ ਡਰਾਮੇ ਵੀ ਹੋਏ ਆ। ਇੱਕ ਆਲਣਾ ਡਰਾਮਾ ਮੈਂ ਲਿਖਿਆ ਸੀ, ਤੇ ਇੱਕ ਫੌਜੀ ਦੀ ਕਹਾਣੀ ਸੀ, ਉਹ 'ਚ ਬਲਜੀਤ ਬਾਲਾ, ਬਲਜੀਤ ਜ਼ਖਮੀ ਉਹਨਾਂ ਨੇ ਡਾਇਰੈਕਟ ਕੀਤਾ ਸੀ, ਉਹਨਾਂ ਨੇ ਰੋਲ ਵੀ ਕੀਤਾ ਸੀ, ਤੇ ਹੋਰ ਵੀ ਕਈ ਡਰਾਮੇ ਲਿਖੇ ਆ ਸੀ। ਤੇ ਭੰਗੜਾ ਦੇ ਬੜੇ ਕੰਪੀਟੀਸ਼ਨ, ਮੈਂ ਆਪ ਵੀ ਭੰਗੜਾ ਸਿਖਾਉਂਦਾ ਵੀ, ਮੈਂ ਸਿਖਾ ਵੀ ਦਿੰਦਾ। ਡੈਫ ਐਂਡ ਡੰਮ ਟੀਮਾਂ ਨੂੰ ਵੀ ਮੈਂ ਭੰਗੜਾ ਕਰਾਇਆ, ਬਲਾਈਂਡ ਬੱਚਿਆਂ ਨੂੰ ਵੀ ਮੈਂ ਭੰਗੜਾ ਕਰਾਇਆ। ਖੁਆਇਸ਼ ਕਿਹੜੀ ਰਹਿ ਗਈ ਹੁਣ ਜ਼ਿੰਦਗੀ ਦੀ? 69 ਦੇ ਹੋ ਗਏ ਹੋ, ਇਹ ਜੀ ਕਿਹੜੀ ਖੁਆਇਸ਼ ਜ਼ਿੰਦਗੀ ਦੀ? ਚਲੋ ਬਾਕੀ ਸਾਰੀ ਜ਼ਿੰਦਗੀ ਸੰਪੂਰਨ ਹੈ, ਹਾਂਜੀ ਇਹ ਜੀ ਕਿਹੜੀ ਖੁਆਇਸ਼ ਹੈ ਜਿਹੜੀ ਰਹਿ ਗਈ ਹੁਣ? ਖੁਆਇਸ਼ ਮੇਰੀ ਇੱਕ ਬੜੀ ਤਕੜੀ ਹੈ ਵੀ ਜਿਹੜੇ ਅਸੀਂ ਮਤਲਬ ਚੈਨਲ ਦੇ ਥਰੂ ਗੱਲ ਕਰ ਰਹੇ ਹੋ ਤੁਸੀਂ? ਹਾਂ ਮੈਂ ਉਹੀ ਗੱਲ ਕਰ ਰਿਹਾ ਜੀ। ਜਿਹੜੇ ਪਿੰਡ 'ਚ ਮੈਂ ਰਿਹਾ, ਜਿਹੜਾ ਸਾਡਾ ਸੱਭਿਆਚਾਰ ਸੀ, ਉਦੋਂ ਤੀਆਂ ਇਕੱਠੀਆਂ ਲੱਗਦੀਆਂ ਸੀ, ਮੇਲੇ ਇਕੱਠੇ ਲੱਗਦੇ ਸੀ, ਕਬੱਡੀ ਇਕੱਠੇ ਖੇਡਦੇ ਸੀ, ਉਹ ਸੱਭਿਆਚਾਰ ਨਾਲ ਵੱਖ-ਵੱਖ ਹੋ ਗਿਆ। ਮੈਂ ਚਾਹੁੰਦਾ ਵੀ ਉਹ ਇਕੱਠੇ ਹੋਣ ਸਾਰੇ। ਨਹੀਂ ਤੁਸੀਂ ਤੀਆਂ ਦੇਖਣਾ ਚਾਹੁੰਦੇ, ਤੀਆਂ ਲਾਉਣਾ ਚਾਹੁੰਦੇ? ਨਹੀਂ ਤੀਆਂ ਦਾ ਪਿੰਗਾਂ ਦਾ ਆਪਣੇ ਬੰਦਿਆਂ ਦਾ ਫੰਕਸ਼ਨ ਹੋਵੇ। ਜਿਸ ਤਰ੍ਹਾਂ ਵਿਸਾਖੀ ਮੇਲੇ ਲੱਗਦੇ ਸੀ, ਵਿਸਾਖੀ ਮੇਲੇ ਲੱਗਦੇ ਸੀ, ਉਦੋਂ ਗੁਰਦੁਆਰੇ ਮੱਥਾ ਟੇਕਣਾ ਉਹ ਤਾਂ ਚੰਗੀ ਗੱਲ ਹੈ, ਚਲੋ ਨਾਲ ਕਬੱਡੀ ਵਾਲੇ ਉੱਥੇ ਗੋਲਾ ਸਿੱਟਣ ਵਾਲੇ ਐਕਟੀਵਿਟੀਜ਼ ਹੁੰਦੀਆਂ ਸੀ, ਉਹ ਐਕਟੀਵਿਟੀ ਦੂਰ ਹੋ ਗਈਆਂ। ਉਹ ਮੈਂ ਚਾਹੁੰਦਾ ਉਹ ਐਕਟੀਵਿਟੀ ਦੂਰ ਨਾ ਕਰਨ ਲੋਕ, ਉਹਨਾਂ ਨਾਲ ਜੁੜਨ, ਤੇ ਆਪਣੇ ਸਰੀਰ 'ਚ ਤਾਕਤ ਆਟੋਮੈਟਿਕਲੀ। ਮੇਲਾ ਜਿਹੜਾ ਮਨੋਰੰਜਨ ਦਾ ਸਾਧਨ ਰਹਿ ਗਿਆ। ਹਾਂ ਮਨੋਰੰਜਨ ਦਾ ਸਾਧਨ ਰਹਿ ਗਿਆ। ਲੋਕ ਨਸ਼ੇ ਕਰਕੇ ਕਬੱਡੀ ਖੇਡਦੇ ਆ, ਜਿਹੜੀ ਕਬੱਡੀ ਦੀਆਂ ਟੀਮਾਂ ਅੱਜ ਕੱਲ੍ਹ ਨਸ਼ੇ ਕਿੰਨੇ ਕੇਸ ਹੁੰਦੇ ਹੈਗੇ, ਡੈਥ ਵੀ ਹੋ ਜਾਂਦੀ ਹੈ ਉਹਨਾਂ ਦੀ, ਪਹਿਲਾਂ ਟੀਕੇ ਲਾ ਦਿੰਦੇ ਆ ਉਹਨਾਂ ਨੂੰ, ਫਿਰ ਖੇਲਣ ਵਾਸਤੇ ਕਹਿੰਦੇ ਆ, ਉਹ ਕਹਿੰਦੇ ਜੀ ਤੁਹਾਡਾ ਅੱਜ ਮੈਚ ਨਹੀਂ ਹੋਊਗਾ, ਤੁਹਾਡਾ ਮੈਚ ਕੱਲ੍ਹ ਹੋਏਗਾ। ਜਿਹਦਾ ਟੀਕਾ ਲੱਗਿਆ ਹੋਵੇ ਆਟੋਮੈਟਿਕਲੀ ਉਹਨਾਂ ਨੂੰ ਜ਼ੋਰ ਉੱਤੇ ਅਜਮਾਉਣਾ ਪੈਂਦਾ। ਭੋਲਾ ਜੀ ਚਲੋ ਇਹ ਹੋ ਗਿਆ ਜ਼ਿੰਦਗੀ ਦੀ ਖੁਆਇਸ਼ ਹੋ ਗਈ, ਸਾਰਾ ਕੁਝ ਹੋ ਗਿਆ, ਇਹ ਜ਼ਿੰਦਗੀ ਦੀ ਪੂਰੀ ਡਾਇਰੀ ਤੁਹਾਡੀ ਹੈਗੀ ਹੈ, ਕਿੱਥੋਂ ਚੱਲੇ ਕਿੱਥੋਂ ਤੋਂ ਤੁਸੀਂ ਇੱਥੇ ਤੱਕ ਪਹੁੰਚੇ ਜੀਵਨ ਦੇ ਵਿੱਚ, ਹਨਾ। ਉਸ ਤੋਂ ਬਾਅਦ ਫਿਰ ਤੁਹਾਡੀ ਵਿਆਹੁਤਾ ਜੀਵਨ ਜਿਹੜੀ ਹੈਗੀ ਸੀ, ਉਹ ਵਾਲੀ ਲਾਈਫ ਵੀ ਸ਼ੁਰੂ ਹੋਈ, ਉਹ 'ਚ ਵੀ ਤੁਸੀਂ ਖੁਸ਼ ਰਹੇ। ਖੁਆਇਸ਼ ਤੁਸੀਂ ਹੈਗਾ ਵੀ ਉਹ ਮੈਂ ਦੇਖਣਾ ਚਾਹੁੰਦਾ, ਜਿਹੜੀਆਂ ਸੀ ਉਹਦੀਆਂ ਟਿੰਡਾਂ ਸੀ, ਉਹ ਹਨਾ ਸੱਥਾਂ ਸੀ, ਪੁਰਾਣੀਆਂ ਖੇਡਾਂ ਸੀ, ਉਹ ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਉਹ ਖੋਹ ਦਿੰਦੀਆਂ ਨੇ, ਖੋਹ ਪਾਉਂਦੀਆਂ ਨੇ ਵੀ ਉਹ ਚੀਜ਼ਾਂ ਦੁਬਾਰਾ ਹੋਣੀ ਚਾਹੀਦੀ, ਉਹ ਦੇਖਣਾ ਚਾਹੁੰਦੇ ਲਾਸਟ ਜਿਹੜੀ ਹੈਗੀ ਹੈ। ਕਿਉਂਕਿ 69 ਦੀ ਉਮਰ ਹੋ ਗਈ ਹੈ ਇਸ ਟਾਈਮ, 70 ਦੇ ਕਰੀਬ ਪਹੁੰਚ ਗਏ, ਪਰ ਕਦੇ ਨਾ ਕਦੇ ਉਹ ਜਿਹੜੀ ਚੀਜ਼ ਹੈ ਆ ਭੁੱਲ ਯਾਦਾਂ ਜਿਹੜੀਆਂ ਹੈਗੀਆਂ ਨੇ ਅੱਜ ਵੀ ਉਹ ਚੇਤੇ ਆਉਂਦੀਆਂ ਨੇ। ਅੰਤ ਦੇ ਵਿੱਚ ਤੁਸੀਂ ਸਮਾਜ ਨੂੰ, ਦੇਸ਼ ਵਾਸੀਆਂ ਨੂੰ, ਮੇਰੇ ਸਮਾਜ ਨੂੰ, ਮੇਰੇ ਯੂਥ ਨੂੰ, ਜਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸਾਡੇ ਚੈਨਲ ਦੇ ਥਰੂ? ਮੈਂ ਇਹੀ ਸੰਦੇਸ਼ ਇੱਕ ਦੇਣਾ ਚਾਹੁੰਦਾ। ਪਹਿਲਾਂ ਘਰ 'ਚ ਭੂਆ ਵੀ ਆ ਜਾਂਦੀ ਸੀ, ਖੁਸ਼ੀ ਹੁੰਦੀ ਸੀ, ਮਾਸੀ ਆ ਜਾਂਦੀ ਸੀ, ਖੁਸ਼ੀ ਹੁੰਦੀ ਸੀ, ਚਾਚਾ ਆ ਜਾਂਦਾ ਸੀ, ਖੁਸ਼ੀ ਹੋ ਜਾਂਦੀ ਸੀ। ਹੁਣ ਤਾਂ ਇਹ ਰਿਸ਼ਤੇ ਬਿਖਰ ਗਏ, ਕੋਈ ਕਿਸੇ ਨੂੰ ਘਰ 'ਚ ਦੇਖ ਕੇ ਰਾਜੀ ਨਹੀਂ ਹੈ, ਕੋਈ ਰਿਸ਼ਤੇਦਾਰ ਆ ਗਿਆ ਮੋਬਾਈਲ 'ਤੇ ਲੱਗੇ ਹੁੰਦੇ ਆ, ਕੋਈ ਗੱਲ ਨਹੀਂ ਕਰਦਾ। ਅਸੀਂ ਕੋਈ ਘਰ 'ਚ ਭੂਆ ਆਉਂਦੀ ਸੀ, ਅਸੀਂ ਮਤਲਬ ਝੋਲਾ ਦੇਖਦੇ ਸੀ ਵੀ ਅਮਰੂਦ ਹੋਣੇ ਆ, ਨਹੀਂ ਅਮਰੂਦ ਨਹੀਂ ਪਤਾਸੇ ਹੋਣੇ, ਅੰਦਾਜ਼ੇ ਲਾਉਂਦੇ ਸੀ, ਕਿਉਂਕਿ ਉਹ ਅੱਜ ਲੋਕਾਂ ਦੇ ਲਿੰਕ ਬਣਿਆ ਹੁੰਦਾ ਸੀ। ਕਦੇ ਨਾਨਾ ਜੀ ਨੇ ਘਰ ਆ ਜਾਣੇ, ਖੁਸ਼ੀ ਹੁੰਦੀ ਵੀ ਨਾਨਾ ਜੀ ਆਵੇ, ਤੇ ਮਤਲਬ ਕਦੇ ਕਿਸੇ ਨੇ ਆ ਜਾਣਾ। ਹੁਣ ਉਹ ਰਿਸ਼ਤੇ ਵਿਖੜ ਗਏ, ਤਰੇੜ ਆ ਗਈ, ਤਰੇੜ ਆ ਗਈ, ਤਰੇੜ ਆ ਗਈ, ਤਰੇੜ ਆ ਗਈ। ਤੇ ਪਰ ਇਹ ਰਿਸ਼ਤੇ ਚ ਤਰੇੜ ਨਹੀਂ ਆਉਣੀ ਚਾਹੀਦੀ। ਸਮਾਜ ਦੇ ਵਿੱਚ ਬਹੁਤ ਵੱਡੀ ਕੁਰੀਤੀ ਹੋ ਗਈ ਸਮਾਜ ਦੀ। ਲਹੂ ਦੇ ਰਿਸ਼ਤੇ ਵੀ ਜਿਹੜੇ ਹੈਗੇ ਟੁੱਟ ਗਏ, ਉਹ ਵੀ ਟੁੱਟ ਗਏ, ਖੂਨ ਦੇ ਰਿਸ਼ਤੇ ਵੀ ਖੂਨ ਦੇ ਰਿਸ਼ਤੇ ਵੀ ਟੁੱਟ ਗਏ। ਉਹਨਾਂ ਦੀ ਵੰਡੀਆਂ ਬਣੀਆਂ ਸ਼ੁਰੂ ਹੋ ਗਈਆਂ, ਤੇ ਇੱਧਰਲਾ ਖੇਤ ਮੇਰਾ, ਆ ਤੇਰਾ, ਆ ਘਰ ਮੇਰਾ, ਆ ਘਰ ਤੇਰਾ, ਤੇ ਆ ਕਮਰਾ ਮੇਰਾ। ਬਸ ਏਦਾਂ ਦੇ ਲੋਕਾਂ ਦੇ ਦਿਮਾਗ ਹੋ ਗਏ, ਤੇ ਮਤਲਬ ਲੋਕ ਇਕੱਠੇ ਹੋਣ, ਇੱਕ ਹੋਣ, ਇੱਕ ਮਿਕ ਹੋਣ।
ਤੇ ਮਤਲਬ ਇੱਕ ਪਰਿਵਾਰ ਤਾਂ ਇੱਕ ਹੋਵੇ ਗਵੰਡੀ ਵੀ ਇੱਕ ਹੋਵੇ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਜੋ ਕੋਈ ਵੀ ਹੈ ਉਹਨਾਂ ਨੂੰ ਵੀ ਇੱਕ ਹੋਣਾ ਚਾਹੀਦਾ, ਇੱਕ ਹੋ ਜਾਣਾ, ਇਹ ਮੇਰੀ ਖਾਹਿਸ਼ ਹੈ। ਕਦੇ ਨਾ ਕਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਡਿੱਗਦੀਆਂ ਪੱਗਾਂ, ਉੱਡਦੀਆਂ ਚੁੰਨੀਆਂ ਸਾਡੇ ਸਮਾਜ ਲਈ ਬਹੁਤ ਵੱਡਾ ਸੀ। ਹਾਂ, ਬਹੁਤ ਵੱਡਾ। ਹੁਣ ਤਾਂ ਪੱਗਾਂ ਹੀ ਬਿਖਰਦੀਆਂ ਜਾਂਦੀਆਂ ਭੋਨ ਸਾਡੇ ਉੱਡਦੀਆਂ ਚੁੰਨੀਆਂ ਤੇ ਡਿੱਗਦੀਆਂ ਪੱਗਾਂ ਸਾਡੇ ਦੇਸ਼ ਨੂੰ ਸੰਕੇਤ ਦਿੰਦੀਆਂ ਨੇ ਸਾਡਾ ਦੇਸ਼ ਕਿੱਥੇ ਖੜਾ ਹੈ। ਬਿਲਕੁਲ ਤੇ ਬਹੁਤ ਵੱਡਾ ਜਿਹੜਾ ਬਹੁਤ ਵੱਡੀ ਗੱਲ ਹੈ। ਤੇ ਇਹ ਮਤਲਬ ਤੁਹਾਡਾ ਹੈਗਾ ਸੀ ਵੀ ਸਮਾਜ ਦੇ ਵਿੱਚ ਰਲ ਮਿਲ ਕੇ ਭਾਈਚਾਰਕ ਭਾਈਚਾਰਾ ਸਾਡਾ ਉਦਾਂ ਦਾ ਪੈਦਾ ਹੋਵੇ। ਮੇਨ ਤਾਂ ਇਹ ਹੈ, ਸਕੂਨ ਇਸ ਗੱਲ ਨੂੰ ਮਿਲਦਾ ਹੈ। ਹਾਂਜੀ ਬਿਲਕੁਲ। ਪਿੰਡ ਜਾਣ ਦੀ ਜਿਹੜੀ ਇਹ ਇੱਛਾ ਬੜੀ ਹੁੰਦੀ ਆ, ਪਰ ਜਾਂਦੇ ਆ ਤਾਂ ਕੋਈ ਨਸ਼ਾ 'ਚ ਡਿੱਗਿਆ ਹੁੰਦਾ, ਕੋਈ ਬੁੱਢਾ ਹੋਇਆ ਵੇ ਹੁੰਦਾ, ਕੋਈ ਮਤਲਬ ਕਬੱਡੀ ਟੀਮ ਹੈ ਖੈਰ ਸਾਡੇ ਤੇ ਉੱਥੇ ਗਰਾਊਂਡ ਵੀ ਬਣਿਆ, ਖੇਡਦੇ ਆ, ਪਰ ਜ਼ਿਆਦਾਤਰ ਲੋਕ ਨਹੀਂ ਇਸ ਨੂੰ ਪਸੰਦ ਕਰਦੇ, ਮਤਲਬ ਲੋਕ ਨਸ਼ਿਆਂ ਵੱਲ ਪੈ ਗਏ ਆ। ਪੁਲਿਸ ਸਾਹਿਬ, ਤੁਸੀਂ ਟਾਈਮ ਦਿੱਤਾ ਸਾਡੇ ਚੈਨਲ ਨੂੰ, ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਸਾਡੇ ਚੈਨਲ ਵੱਲੋਂ। ਦੋਸਤੋ, ਇਹ ਸਾਡੇ ਮਿੱਤਰ ਸੀ ਰਘਵੀਰ ਭੁੱਲਰ ਜੀ, ਕਿੱਥੋਂ ਵਾਲਾ ਭੋਲਾ। ਅਗਲੀ ਸ਼ਖਸੀਅਤ ਨਾਲ ਤੁਸੀਂ ਅਗਲੇ ਐਪੀਸੋਡ ਦੇ ਵਿੱਚ ਆਪਾਂ ਫੇਰ ਤੁਹਾਡੀ ਮੁਲਾਕਾਤ ਕਰਾਵਾਂਗੇ, ਕੋਈ ਐਸੀ ਸ਼ਖਸੀਅਤ ਲੈ ਕੇ ਜਾਵਾਂਗੇ ਜਿਸ ਦੀ ਡਾਇਰੀ ਨੂੰ ਤੁਹਾਡੇ ਸਾਹਮਣੇ ਕਰਾਂਗੇ, ਤੁਹਾਡੀ ਕਚਹਿਰੀ 'ਚ ਪੇਸ਼ ਕਰਾਂਗੇ। ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।